सतनाम वाहिगुरु साहिब जी। सतनाम वाहिगुरु साहिब जी। करहो बिनती सुनो मेरे मीता, संत टहल की बिला। इहाँ खाट चलो हर लाहा, आगे बसन सोहिला। औद घटै दिन सुरै नारे, मन गुर मिल काज सुवारे। एहो संसार बेकार संशय में, तरयो ब्रह्म ज्ञानी। जिसै जगावै पियावै एहो रस, अकथ कथा तिन जानी। जाको आए सोई बिहाजो, हर गुर ते मन है बसेरा। निज कर महल पावो सुख सहजे, बहुर ना होए गो फेरा। अंतर जामी पुरख विधाते, सरदा मन की पूरे। नानक दास यह सुख मांगै, मुको कर संतन की तूरे। नानक दास यह सुख मांगै, मुको कर संतन की तूरे। सुकाओ टल गुर से अहनस सहज सुभाव, दर्शन परसै जन्म मरण दुख। होवै सिफतक सम नूर अरसों कुरसों चटियै। तुध डिठे सच्चे पातशाह, मल जन्म जन्म दी। तुध डिठे सच्चे पातशाह, मल जन्म जन्म दी कटियै। सतनाम श्री वाहिगुरु साहिब जीओ। टोडी महला पंजवा घर चौथा दोपदे। एक ओंकार सतगुर प्रसाद, रूड़ो मन हर
ਪਤਿਤ ਪਾਵਨ ਸਤਿਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਨੇ। ਵੱਡਿਆਂ ਭਾਗਾਂ ਦੇ ਨਾਲ ਗੁਰਬਾਣੀ ਦੇ ਕੀਰਤਨ ਨਿਤਨੇਮ ਸਰਵਣ ਕੀਤੇ। ਇਸ ਵੇਲੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੀ ਜੋ ਕਥਾ ਹੈ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਪਾਂ ਸ਼ਬਦ ਦਰ ਸ਼ਬਦ ਸਰਵਣ ਕਰ ਰਹੇ ਹਾਂ। ਅੱਜ ਦਾ ਸ੍ਰੀ ਮੁਖ ਵਾਕ ਜਿਹੜਾ ਪ੍ਰਾਪਤ ਹੋ ਰਿਹਾ ਹੈ 715 ਅੰਗ ਦੇ ਉੱਪਰ, ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ, ਘਰ ਚੌਥਾ, ਦੋਪਦੇ। ਟੋਡੀ ਰਾਗ ਦਾ ਇਹ ਸ਼ਬਦ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਬਾਣੀ ਨੂੰ ਰਚਨਹਾਰ ਨੇ, ਇਸ ਬਾਣੀ ਨੂੰ ਰਚਦੇ ਪਏ। ਚੌਥੇ ਘਰ ਦੇ ਅੰਦਰ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਮਹਾਰਾਜ ਸਾਹਿਬ ਜੀਆਂ ਨੇ ਜਿਹੜੇ ਰਾਗ ਦੇ ਗਵਈਏ ਨੇ, ਉਹਨਾਂ ਨੂੰ ਇਹ ਹੁਕਮ ਲਾਇਆ ਹੈ ਕਿ ਇਸ ਸ਼ਬਦ ਨੂੰ ਇਸ ਤਰੀਕੇ ਦੇ ਨਾਲ ਗਾਉਣਾ ਹੈ। ਦੋ ਪਦਿਆਂ ਦਾ ਇਹ ਸਾਨੂੰ ਸ਼ਬਦ ਪ੍ਰਾਪਤ ਹੋ ਰਿਹਾ। ਦੋ ਪੌੜੀਆਂ ਇਹਨਾਂ ਸ਼ਬਦਾਂ ਦੀਆਂ ਹੋਣਗੀਆਂ ਜਿਹੜੇ ਸਾਨੂੰ ਪ੍ਰਾਪਤ ਹੋ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਬਖਸ਼ਿਸ਼ ਕਰਦੇ ਓੰਕਾਰ ਪਰਮਾਤਮਾ ਜੋ ਨਿਰੰਕਾਰ ਹੈ, ਉਹ ਇੱਕ ਹੈ। ਪਰਮਾਤਮਾ ਵਰਗਾ ਕੋਈ ਦੂਜਾ ਨਹੀਂ ਹੈ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਪਰਮਾਤਮਾ ਦੇ ਵਿੱਚ ਸਭ ਤੋਂ ਵੱਡਾ ਇੱਕ ਗੁਣ ਇਹ ਹੈ ਵੀ ਉਹਦੇ ਵਰਗਾ ਹੈ ਹੀ ਕੋਈ ਨਹੀਂ, ਉਹ ਇੱਕੋ ਹੀ ਹੈ। ਤਾਂ ਕਰਕੇ ਆਖਿਆ ਓੰਕਾਰ ਇੱਕ, ਪਰਮਾਤਮਾ ਇੱਕ ਹੈ। ਐਸੇ ਇੱਕ ਦੀ ਪ੍ਰਾਪਤੀ ਕਰਨੀ ਹੈ ਸਤਿਗੁਰ ਪ੍ਰਸਾਦ। ਤੈਨੂੰ ਗੁਰੂ ਦੀ ਪ੍ਰਸੰਨਤਾ ਲੈਣੀ ਪਵੇਗੀ, ਗੁਰੂ ਦੀ ਬਖਸ਼ਿਸ਼ ਲੈਣੀ ਪਵੇਗੀ, ਗੁਰੂ ਦੀ ਮਿਹਰ ਪ੍ਰਾਪਤ ਕਰਨੀ ਪਵੇਗੀ, ਤਾਂ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ, ਤਾਂ ਉਹ ਇੱਕ ਪ੍ਰਾਪਤ ਹੁੰਦਾ ਹੈ। ਜਿਸ ਵੇਲੇ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰੀਏ। ਹਰ ਰੰਗੋ ਲੋੜਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਸੰਸਾਰ ਦੇ ਵਿੱਚ ਇਹ ਜਿਹੜਾ ਮਨ ਹੈ ਨਾ, ਰੁੜਿਆ ਜਾ ਰਿਹਾ, ਰੁੜਦਾ ਜਾ ਰਿਹਾ। ਜਿਵੇਂ ਹੜ੍ਹ ਆ ਜਾਵੇ, ਕੋਈ ਨਦੀ ਟੁੱਟ ਜਾਵੇ ਤੇ ਉਸ ਨਦੀ ਦੇ ਪਾਣੀ ਦੇ ਵਹਾਅ ਦੇ ਵਿੱਚ ਸਭ ਕੁਝ ਰੁੜ ਜਾਂਦਾ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਇਹ ਸੰਸਾਰ ਜਿਹੜਾ ਨਾ, ਇਹ ਵੀ ਨਦੀ ਦਾ ਹੜ੍ਹ ਹੀ ਹੈ। ਇਸ ਨਦੀ ਰੂਪੀ ਹੜ੍ਹ ਦੇ ਵਿੱਚ ਇਹ ਮਨ ਰੁੜਿਆ ਜਾ ਰਿਹਾ, ਮਨ ਦੌੜਿਆ ਜਾ ਰਿਹਾ ਸੰਸਾਰ ਦੇ ਵਿੱਚ। ਹਰ ਰੰਗੋ ਲੋੜ ਹੈ, ਪਰ ਰੁੜਿਆ ਹੋਇਆ ਮਨ ਸੰਸਾਰ ਦੇ ਵਿੱਚ ਹਰੀ ਦੇ ਰੰਗ ਨੂੰ ਲੋੜੈ ਚਾਹੁੰਦਾ ਹੈ। ਕਿਵੇਂ ਚਾਹੁੰਦਾ ਹੈ? ਮਹਾਰਾਜ ਬਖਸ਼ਦੇ ਹਨ। ਹਰ ਨਿਹੋ ਨਾ ਹੋਏ। ਕੇਵਲ ਗੱਲਾਂ ਦੇ ਨਾਲ, ਕਰਨਾ ਕੁਝ ਨਾ ਪਵੇ, ਕਮਾਈ ਨਾ ਕਰਨੀ ਪਵੇ, ਨਾਮ ਨਾ ਜਪਣਾ ਪਵੇ, ਸਿਮਰਨ ਨਾ ਕਰਨਾ ਪਵੇ, ਸਤ ਸੰਗਤ ਵਿੱਚ ਨਾ ਜਾਣਾ ਪਵੇ। ਬਸ ਮੇਰੇ ਮਨ ਨੂੰ ਰੰਗ ਚੜ ਜਾਵੇ, ਨਾਮ ਦਾ ਰੰਗ, ਤੇ ਮੇਰਾ ਮਨ ਸੰਸਾਰ ਵਿੱਚ ਰੁੜਨੋਂ ਰੁਕ ਜਾਵੇ। ਕਿਵੇਂ ਰੁਕੇਗਾ? ਜਿੰਨਾ ਚਿਰ ਕਮਾਈ ਨਹੀਂ ਕੀਤੀ, ਜਿੰਨੀ ਨਾਮ ਧਿਆਇਆ ਗਏ ਮਸਕਤ। ਗੁਰੂ ਨਾਨਕ ਦੇ ਪਾਤਸ਼ਾਹ ਦੇ ਬਚਨ ਨੇ, ਮਸਕਤ ਘਾਲ ਕੇ ਜਿਹੜੇ ਗਏ ਨੇ, ਜਿਹੜੇ ਮਿਹਨਤ ਕਰਕੇ ਗਏ। ਨਾਮ ਜਪਣਾ ਸਭ ਤੋਂ ਵੱਡੀ ਮਿਹਨਤ ਹੈ। ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਉੱਠਣਾ, ਸੰਗਤ ਵਿੱਚ ਆਉਣਾ, ਇਹਦੇ ਵਰਗਾ ਮਸ਼ੱਕਤ ਵਾਲਾ ਕੰਮ ਕੋਈ ਨਹੀਂ ਹੈ।
ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਮਨ ਰੁੜਿਆ ਜਾਂਦਾ ਸੰਸਾਰ ਦੇ ਹੜ ਦੇ ਵਿੱਚ, ਪਰ ਫਿਰ ਬੰਦਾ ਚਾਹੁੰਦਾ ਵੀ ਮੈਂ ਸੰਸਾਰ ਦੇ ਰੰਗ ਤਮਾਸ਼ੇ ਵੀ ਵੇਖ ਲਵਾਂ, ਮੇਰੇ ਮਨ ਨੂੰ ਰੰਗ ਵੀ ਚੜ ਜਾਵੇ। ਗੱਲ ਹੀ ਨੀਹੋ ਨਾ ਹੋਏ, ਗੱਲਾਂ ਦੇ ਨਾਲ ਨੀਹੋ ਕਹੀਏ ਪ੍ਰੇਮ ਨਹੀਂ ਪ੍ਰਾਪਤ ਹੁੰਦਾ ਪਰਮਾਤਮਾ ਦਾ, ਗੱਲਾਂ ਨਾਲ ਨਹੀਂ ਗੱਲ ਬਣਨੀ ਹੈ। ਉਹਦੇ ਵਾਸਤੇ ਮਸ਼ੱਕਤ ਕਰਨੀ ਪਵੇਗੀ, ਨਾਮ ਜਪਣਾ ਪਵੇਗਾ। ਲਾਹੌਰ ਦੀ ਧਰਤੀ ਤੇ ਮਹਾਰਾਜ ਦਾ ਇੱਕ ਸਿੱਖ ਰਹਿੰਦਾ ਹੈ, ਉਹਨੇ ਵੇਖਿਆ ਕਿ ਕੁਝ ਮਜ਼ਦੂਰ ਬਾਹਰ ਮੀਂਹ ਪੈਂਦਾ ਪਿਆ ਹੈ ਤੇ ਖੜੇ ਨੇ ਦਿਹਾੜੀ ਦੀ ਆਸ ਦੇ ਵਿੱਚ। ਤਰਸ ਆ ਗਿਆ, ਇਹਨਾਂ ਨੂੰ ਦਿਹਾੜੀ ਦੇਣੀ ਚਾਹੀਦੀ ਹੈ। ਸਾਰੇ ਮਜ਼ਦੂਰਾਂ ਨੂੰ ਆਪਣੇ ਚੁਬਾਰੇ ਵਿੱਚ ਬੁਲਾ ਲਿਆ। ਕਹਿਣ ਲੱਗਾ ਤੁਸੀਂ ਸਾਰੇ ਜਾਣੇ ਕਿੰਨਾ ਸਮਾਂ ਕੰਮ ਕਰਦੇ? ਕਹਿਣ ਲੱਗੇ ਜੀ 8 ਘੰਟੇ ਦਿਹਾੜੀ ਕਰਦੇ। ਕਿੰਨੀ ਮਜ਼ਦੂਰੀ ਮਿਲਦੀ ਹੈ? 1 ਰੁਪਈਆ ਸਾਨੂੰ ਮਿਲਦਾ। ਕਹਿਣ ਲੱਗਾ ਮੈਂ ਤੁਹਾਨੂੰ 2 ਰੁਪਈਏ ਦੇਵਾਂਗਾ, ਡਬਲ ਦਿਹਾੜੀ ਦੇਵਾਂਗਾ, ਆਓ ਮੇਰੇ ਕੋਲ ਬੈਠੋ ਆਪਾਂ ਨਾਮ ਜਪੀਏ। ਉਹ ਦਿਹਾੜੀਦਾਰ ਬੜੇ ਖੁਸ਼ ਹੋਏ, ਕਿੱਥੇ ਗਰਮੀ ਦੇ ਵਿੱਚ ਭਾਰ ਚੁੱਕਣਾ ਪੈਣਾ, ਕਿੱਥੇ ਠੰਡੀ ਛਾਂ ਦੇ ਥੱਲੇ ਬੈਠ ਕੇ ਕਰਨਾ ਕੁਝ ਨਹੀਂ ਹੈ, ਨਾਮ ਹੀ ਜਪਣਾ। ਲੱਗ ਪੈ ਜਪਣ। 5-7 ਮਿੰਟ ਤੇ ਉੱਚੀ ਉੱਚੀ ਜਪਿਆ, ਪਰ ਫਿਰ ਬਾਅਦ ਵਿੱਚ ਆਵਾਜ਼ ਹੌਲੀ ਹੌਲੀ ਨੀਵੀਂ ਹੁੰਦੀ ਗਈ ਤੇ ਖਤਮ ਹੀ ਹੋ ਗਈ, ਬੋਲਣਾ ਹੀ ਬੰਦ ਹੋ ਗਿਆ, ਗੱਲਾਂ ਕਰਨ ਲੱਗ ਪਏ। ਫਿਰ ਆਖਿਆ ਨਹੀਂ ਗੱਲਾਂ ਨਹੀਂ ਕਰਨੀ, ਥੋੜੇ ਥੋੜੇ ਦੂਰ ਹੋ ਕੇ ਬੈਠ ਜਾਓ, ਇੱਕ ਦੂਜੇ ਨਾਲ ਗੱਲ ਨਹੀਂ ਕਰਨੀ, ਕੇਵਲ ਨਾਮ ਜਪਣਾ। 1-2 ਸਿੰਘਾਂ ਦਾ ਪਹਿਰਾ ਲਾ ਦਿੱਤਾ, ਇਹਨਾਂ ਨੂੰ ਗੱਲਾਂ ਨਹੀਂ ਕਰਨ ਦੇਣੀ। ਉਸਲ ਵੱਟੇ ਭੰਨਦਿਆਂ, ਵਿੰਗੇ ਟੇਢੇ ਹੁੰਦਿਆਂ, ਘੜੀ ਵੇਖਦਿਆਂ, ਟਾਈਮ ਵੇਖਦਿਆਂ, ਕਦੇ ਸਾਨੂੰ ਬਾਥਰੂਮ ਆ ਗਿਆ, ਕਦੇ ਅਸੀਂ ਪਾਣੀ ਪੀਣਾ, ਬਹਾਨੇਬਾਜ਼ੀ ਕਰਦਿਆਂ ਮਸਾਂ ਦਿਨ ਪੂਰਾ ਕੀਤਾ। ਵਾਅਦੇ ਦੇ ਮੁਤਾਬਕ ਡਬਲ ਦਿਹਾੜੀ ਮਿਲੀ, ਡਬਲ ਪੈਸੇ। ਜਦੋਂ ਤੁਰਨ ਲੱਗੇ ਮਜ਼ਦੂਰ ਤੇ ਫਿਰ ਆਖਿਆ ਸਿੱਖ ਨੇ, ਕਹਿਣ ਲੱਗਾ ਜੇ ਕੱਲ ਨੂੰ ਦਿਹਾੜੀ ਨਾ ਮਿਲੀ ਫਿਰ ਆ ਜਾਏ, ਡਬਲ ਪੈਸੇ ਫਿਰ ਮਿਲਣਗੇ। ਮਜ਼ਦੂਰ ਕਹਿਣ ਲੱਗੇ ਇਸ ਨਾਮ ਜਪਣ ਵਾਲੇ ਕੰਮ ਦੇ ਨਾਲੋਂ ਦਿਹਾੜੀ ਕਰਨੀ ਸੌਖੀ ਹੈ, ਭਾਵੇਂ ਪੈਸੇ ਅੱਧੇ ਮਿਲਣ ਪਰ ਦਿਹਾੜੀ ਕਰਨੀ ਸੌਖੀ ਹੈ, ਨਾਮ ਜਪਣਾ ਬੜਾ ਔਖਾ। ਆਖਣ ਔਖਾ ਸਾਚਾ ਨਾਮ। ਮਹਾਰਾਜ ਕਹਿਣ ਲੱਗੇ ਬੰਦਾ ਇਹ ਚਾਹੁੰਦਾ ਹੈ ਵੀ ਮੈਨੂੰ ਮਸ਼ੱਕਤ ਨਾ ਕਰਨੀ ਪਵੇ, ਨਾਮ ਨਾ ਜਪਣਾ ਪਵੇ, ਮਿਹਨਤ ਨਾ ਕਰਨੀ ਪਵੇ, ਨਾ ਸੰਗਤ ਵਿੱਚ ਆਉਣਾ ਪਵੇ, ਪਰ ਮੇਰੇ ਮਨ ਨੂੰ ਰੰਗ ਚੜ ਜਾਵੇ। ਮਨ ਵੀ ਉਹ ਹੈ ਜਿਹੜਾ ਸੰਸਾਰ ਵਿੱਚ ਰੁੜਿਆ ਜਾ ਰਿਹਾ, ਰੁੜੇ ਹੋਏ ਮਨ ਨੂੰ, ਰੁੜਦੇ ਜਾਂਦੇ ਮਨ ਨੂੰ ਸੰਸਾਰ ਵਿੱਚ ਰੱਬ ਦੇ ਨਾਮ ਦਾ ਰੰਗ ਚੜੇ, ਔਰ ਚੜੇ ਗੱਲਾਂ ਦੇ ਨਾਲ। ਇਸ ਤਰ੍ਹਾਂ ਨਹੀਂ ਹੋਵੇਗਾ, ਉਹਦੇ ਵਾਸਤੇ ਮਸ਼ੱਕਤ ਕਰਨੀ ਪੈਂਦੀ ਹੈ। ਇੱਕ ਵਾਰੀ ਮਹਾਰਾਜ ਫਿਰ ਸਾਨੂੰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੂੜੋ ਮਨ, ਇਹ ਜਿਹੜਾ ਸਾਡਾ ਮਨ ਹੈ, ਰੂੜੋ ਕਹੀਏ ਅਪਵਿੱਤਰ ਹੈ, ਪਵਿੱਤਰ ਨਹੀਂ ਹੈ, ਮੈਲਾ ਹੈ, ਅਪਵਿੱਤਰ ਹੈ। ਅਪਵਿੱਤਰ ਮਨ ਚਾਹੁੰਦਾ ਹੈ ਰੂੜੋ ਹਰ, ਪਰਮਾਤਮਾ ਸੁੰਦਰ ਹੈ, ਕਿ ਮੈਨੂੰ ਸੁੰਦਰ ਪਰਮਾਤਮਾ ਮਿਲ ਜਾਵੇ। ਅਸੀਂ ਸੋਹਣੇ ਕੱਪੜੇ ਪਾ ਲਈਏ, ਨਹਾ ਧੋ ਕੇ ਤਿਆਰ ਹੋ ਜਾਈਏ, ਤੇ ਕਿਸੇ ਬੰਦੇ ਦੇ ਦੂਜੇ ਬੰਦੇ ਨੂੰ ਕਾਲਖ ਲੱਗੀ ਹੋਵੇ ਤੇ ਅਸੀਂ ਉਹਦੇ ਨੇੜੇ ਨਹੀਂ ਜਾਂਦੇ, ਕਿਤੇ ਇਹਦੀ ਕਾਲਖ ਸਾਨੂੰ ਨਾ ਲੱਗ ਜਾਵੇ, ਮੇਰਾ ਕੱਪੜਾ ਨਾ ਮੈਲਾ ਹੋ ਜਾਵੇ। ਸੋਹਣਾ ਕੱਪੜਾ ਸਾਫ਼ ਪਾ ਲਿਆ ਤੇ ਅਸੀਂ ਕਾਲਖ ਵਾਲੇ ਭਾਂਡੇ ਦੇ ਨੇੜੇ ਨਹੀਂ ਜਾਂਦੇ, ਕਿਤੇ ਕਾਲਖ ਮੇਰੇ ਕੱਪੜੇ ਨੂੰ ਨਾ ਲੱਗ ਜਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਮਨ ਤੇ ਕਾਲਖ ਵਰਗਾ ਕਾਲਾ, ਤੇ ਤੂੰ ਚਾਹੁੰਦਾ ਹੈ ਕਿ ਮੈਨੂੰ ਸੁੰਦਰ ਪਰਮਾਤਮਾ ਮਿਲੇ। ਕਿਵੇਂ ਮਿਲੇਗਾ? ਜੇ ਸੁੰਦਰ ਰੱਬ ਨੂੰ ਪਾਉਣਾ ਚਾਹੁੰਦਾ ਤੇ ਮਨ ਵੀ ਤੈਨੂੰ ਸੁੰਦਰ ਹੀ ਕਰਨਾ ਪਵੇਗਾ, ਮਨ ਵੀ ਉਹੋ ਜਿਹਾ ਹੀ ਬਣਾਉਣਾ ਪਵੇਗਾ। ਰੂੜੋ ਮਨ, ਤੇਰਾ ਮਨ ਅਪਵਿੱਤਰ ਹੈ, ਮੈਲਾ ਹੈ, ਕਾਲਖ ਵਾਲਾ ਹੈ। ਰੂੜੋ ਹਰ, ਪਰਮਾਤਮਾ ਸੁੰਦਰ ਹੈ, ਤੇ ਤੂੰ ਸੁੰਦਰ ਪਰਮਾਤਮਾ ਦੇ ਰੰਗ ਨੂੰ ਲੋੜੈ ਕਹੀਏ ਚਾਹੁੰਦਾ ਹੈ। ਤੇ ਫਰਮਾਉਂਦੇ ਹਨ ਪਰ ਮਹਾਰਾਜ ਕਹਿਣ ਲੱਗੇ ਗੱਲਾਂ ਦੇ ਨਾਲ ਗੁਰਮੁਖਾ ਇਹ ਰੰਗ ਨਹੀਂ ਚੜਨਾ ਜਿਹੜਾ ਤੂੰ ਚਾਹੁੰਦਾ ਪਿਆ, ਵੀ ਮੇਰਾ ਮਨ ਮੈਲਾ ਹੀ ਰਵੇ ਤੇ ਮੈਨੂੰ ਸੋਹਣਾ ਪਰਮਾਤਮਾ ਮਿਲ ਜਾਵੇ। ਇਸ ਤਰ੍ਹਾਂ ਨਹੀਂ ਹੋਣਾ।
ਜੇ ਸੋਹਣੇ ਨੂੰ ਪਾਉਣਾ ਚਾਹਣਾ ਨਾ, ਸੁੰਦਰ ਰੱਬ ਨੂੰ ਪਾਉਣਾ ਚਾਹਣਾ, ਤੇ ਤੈਨੂੰ ਮਨ ਵੀ ਆਪਣਾ ਸੁੰਦਰ ਹੀ ਬਣਾਉਣਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉੜਤੇ ਕੋ ਉੜਤਾ ਮਿਲੇ। ਉੱਡਣ ਵਾਲੇ ਨੂੰ ਉੱਡਣ ਵਾਲਾ ਮਿਲਦਾ, ਤੁਰਨ ਵਾਲੇ ਨੂੰ ਤੁਰਨ ਵਾਲਾ ਮਿਲਦਾ ਹੈ। ਜੇ ਸੁੰਦਰ ਪ੍ਰਮਾਤਮਾ ਨੂੰ ਮਿਲਣਾ ਚਾਹਣਾ ਤੇ ਤੇਰੇ ਮਨ ਨੂੰ ਵੀ ਸੁੰਦਰ ਬਣਨਾ ਹੀ ਪਵੇਗਾ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ। ਨਾਮ ਦੇ ਸਾਬਣ ਦੇ ਨਾਲ ਪਹਿਲਾਂ ਮਨ ਦੀ ਮੈਲ ਦੂਰ ਕਰ, ਫਿਰ ਤੈਨੂੰ ਪ੍ਰਮਾਤਮਾ ਮਿਲੇਗਾ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਮਹਾਰਾਜ ਕਹਿਣ ਲੱਗੇ, ਕਾਲੇ ਭਾਂਡੇ ਨੂੰ ਹੱਥ ਪਾਇਆ ਦਾਗ ਲੱਗੇਗਾ। ਤੇਰਾ ਮਨ ਕਾਲਾ, ਪਾਉਣਾ ਸੋਹਣੇ ਰੱਬ ਨੂੰ ਚਾਹਣਾ, ਕਿਵੇਂ ਮਿਲੇਗਾ? ਗਾਲੀ ਹਰਦੀ ਹੋ ਨਾ ਹੋਏ। ਗੱਲਾਂ ਦੇ ਨਾਲ ਰੱਬ ਦਾ ਪ੍ਰੇਮ ਕੋਈ ਨਹੀਂ ਤੈਨੂੰ ਮਿਲਣਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਰੀ ਦਾ ਰੰਗ ਕਹੀਏ ਪ੍ਰੇਮ। ਬੰਦਾ ਚਾਹੁੰਦਾ ਵੀ ਰੱਬ ਦਾ ਪ੍ਰੇਮ ਮੈਨੂੰ ਮਿਲੇ। ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਪ੍ਰੇਮ ਕਰਦੀ ਹੈ, ਪਿਆਰ ਕਰਦੀ, ਲਾਡ ਕਰਦੀ ਹੈ, ਬੰਦਾ ਇਸੇ ਤਰ੍ਹਾਂ ਚਾਹੁੰਦਾ ਵੀ ਰੱਬ ਵੀ ਮੈਨੂੰ ਇਸੇ ਤਰ੍ਹਾਂ ਹੀ ਲਾਡ ਕਰੇ। ਮੈਂ ਯਾਦ ਮਗਰੋਂ ਕਰਾਂ ਤੇ ਰੱਬ ਪਹਿਲਾਂ ਹਾਜ਼ਰ ਹੋ ਜਾਵੇ। ਅਸੀਂ ਸਾਰੇ ਇਹ ਚਾਹੁੰਦੇ ਹਾਂ ਨਾ, ਮੁਸੀਬਤ ਵਿੱਚ ਪੈ ਜਾਈਏ ਵੀ ਹੁਣੇ ਪ੍ਰਮਾਤਮਾ ਪ੍ਰਗਟ ਹੋਵੇ ਤੇ ਮੇਰਾ ਵਿਗੜਿਆ ਕੰਮ ਉਹ ਸਿੱਧਾ ਕਰ ਦੇਵੇ। ਮਹਾਰਾਜ ਕਹਿਣ ਲੱਗੇ, ਹਰ ਰੰਗ ਲੋੜੈ। ਰੱਬ ਦੇ ਰੰਗ ਕਹੀਏ ਪ੍ਰੇਮ ਨੂੰ ਤੇ ਸਾਰੇ ਹੀ ਚਾਹੁੰਦੇ ਨੇ, ਪਰ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖਾ ਗੱਲਾਂ ਦੇ ਨਾਲ ਪ੍ਰੇਮ ਨਹੀਂ ਹੋ ਮਿਲਣਾ। ਜੇ ਤੂੰ ਆਖੇ ਵੀ ਗੱਲਾਂ ਦੇ ਨਾਲ ਪ੍ਰੇਮ ਪਾ ਲਵਾਂ, ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ। ਗੱਲਾਂ ਦਾ ਕੜਾਹ ਤੇ ਕੀਤਾ ਜਾ ਸਕਦਾ, ਪਰ ਗੱਲਾਂ ਦੇ ਨਾਲ ਰੱਬ ਨਹੀਂ ਹੋ ਪਾਇਆ ਜਾ ਸਕਦਾ। ਮਹਾਰਾਜ ਕਹਿਣ ਲੱਗੇ, ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਜੋਗ ਜੁੜਿਆ ਨਹੀਂ ਜਾਣਾ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਗੱਲਾਂ ਨਾਲ ਕਿਸੇ ਨੇ ਰੱਬ ਨੂੰ ਨਹੀਂ ਪਾਇਆ। ਸਾਰਾ ਦਿਨ ਬੋਲਣ ਵਾਲਾ ਵਿਅਕਤੀ ਤੁਹਾਨੂੰ ਮਿਲ ਜਾਏਗਾ, ਉਹ ਸਾਰਾ ਦਿਨ ਬੋਲੀ ਜਾਏਗਾ, ਬੋਲੀ ਜਾਏਗਾ, ਪਰ ਬੋਲਣ ਦੇ ਨਾਲ ਵੀ ਕਿਸੇ ਨੇ ਰੱਬ ਨੂੰ ਪਾਇਆ ਨਹੀਂ ਹੈ। ਮਹਾਰਾਜ ਨੇ ਇਹ ਸਾਨੂੰ ਇੱਕ ਪੰਕਤੀ ਦੇ 3 ਅਰਥ ਵੱਖਰੇ ਵੱਖਰੇ ਬਖਸ਼ਿਸ਼ ਕੀਤੇ ਨੇ। ਤਿੰਨਾਂ ਅਰਥਾਂ ਵਿੱਚੋਂ ਕੋਈ ਵੀ ਸਾਡੇ ਮਨ ਨੂੰ ਭਾ ਗਿਆ, ਕਿਸੇ ਉੱਪਰ ਵੀ ਸਾਡਾ ਮਨ ਟਿਕ ਗਿਆ, ਸਾਨੂੰ ਪਰਮਾਤਮਾ ਮਿਲ ਜਾਏਗਾ। ਮਹਾਰਾਜ ਕਹਿਣ ਲੱਗੇ, ਹਰੀ ਦੇ ਰੰਗ ਪ੍ਰੇਮ ਨੂੰ ਤੇ ਸਾਰੇ ਹੀ ਚਾਹੁੰਦੇ, ਪਰ ਗੱਲ ਹੀ ਹਰਦੀ ਹੋ ਨਾ ਹੋਏ। ਗੱਲਾਂ ਦੇ ਨਾਲ ਰੱਬ ਦਾ ਪ੍ਰੇਮ ਕੋਈ ਨਹੀਂ ਮਿਲਦਾ, ਉਹਦੇ ਨਾਲ ਪ੍ਰੇਮ ਕਰਨਾ ਪੈਂਦਾ। ਰੱਬ ਦੇ ਨਾਲ ਪ੍ਰੇਮ ਕਰਨ ਤੋਂ ਪਹਿਲਾਂ ਉਹਦੀ ਬਣਾਈ ਕੁਦਰਤ ਨਾਲ ਪ੍ਰੇਮ ਕਰਨਾ ਪੈਂਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਹ ਮਹਾਰਾਜ ਦੇ ਬਚਨ ਹਨ। ਸੋ ਕਹਿੰਦੇ ਇਸ ਤਰ੍ਹਾਂ ਪ੍ਰਾਪਤੀ ਨਹੀਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ, ਤੇਰੇ ਦਰਸ਼ਨਾਂ ਦੇ ਵਾਸਤੇ ਪਰਮਾਤਮਾ ਇਹ ਜੀਵ ਰੂਪ ਇਸਤਰੀ ਤੈਨੂੰ ਲੱਭਦੀ ਫਿਰਦੀ ਹੈ। ਤੇਰੇ ਦਰਸ਼ਨ ਪ੍ਰਾਪਤ ਹੋ ਜਾਣ। ਸਗਲ ਭਵਨ ਕੇ ਨਾਇਕਾ ਇੱਕ ਸ਼ੈਨ ਦਰਸ ਦਿਖਾਏ ਜੀ। ਇਹ ਤੇਰੇ ਦਰਸ਼ਨਾਂ ਵਾਸਤੇ ਦੁਨੀਆ ਤੈਨੂੰ ਲੱਭਦੀ ਫਿਰਦੀ ਹੈ। ਗੁਰਮੁਖੋ ਬੀਠੀ ਕਿਹਾ ਜਾਂਦਾ ਗਲੀ ਨੂੰ। ਮੈਂ ਹਰੇਕ ਗਲੀ ਦੇ ਵਿੱਚ ਵੇਖਦਾ ਵੀ ਰੱਬ ਇਧਰੋਂ ਆਉਂਦਾ ਹੋਵੇਗਾ, ਪਰਮਾਤਮਾ ਇਧਰੋਂ ਆਉਂਦਾ ਹੋਵੇਗਾ। ਮੈਂ ਹਰੇਕ ਗਲੀ ਦੇ ਵਿੱਚ ਵੇਖਦਾ ਪਿਆ। ਗਲੀ ਤੋਂ ਭਾਵ ਲੈ ਲੈਣਾ ਹਰੇਕ ਤਰ੍ਹਾਂ ਦਾ ਸਾਧਨ, ਵੀ ਸਾਧਨ ਮੈਂ ਕਰਦਾ ਪਿਆ ਆ, ਵੀ ਆਹ ਸਾਧਨ ਕਰਾਂ ਤੇ ਰੱਬ ਮਿਲੇ। ਥੋੜਾ ਜਿਹਾ ਦਾਨ ਕੀਤਾ ਹੈ, ਦਾਨ ਲੈਣ ਵਾਲੇ ਨੇ ਦੁਆ ਦਿੱਤੀ ਹੈ, ਤੈਨੂੰ ਪਰਮਾਤਮਾ ਚੇਤੇ ਆਵੇ, ਤੈਨੂੰ ਰੱਬ ਮਿਲ ਜਾਵੇ। ਦੁਆ ਲੈਂਦਿਆਂ ਨਾਲ ਹੀ ਉੱਪਰ ਨੂੰ ਵੇਖਦਾ ਵੀ ਰੱਬ ਉੱਪਰੋਂ ਥੱਲੇ ਉਤਰਦਾ ਹੋਵੇਗਾ ਮੈਨੂੰ ਮਿਲਣ ਵਾਸਤੇ। ਸਾਧਨ ਤੇ ਬੜੇ ਕਰਦਾ, ਸਾਧਨ ਕਰਦਿਆਂ ਨਾਲ ਹੀ ਇੱਛਾ ਰੱਖਦਾ ਵੀ ਹੁਣੇ ਮੈਨੂੰ ਮਿਲ ਹੀ ਪੈਣਾ ਹੈ। ਬੀਠੀ ਬੀਠੀ ਪੇਖਾਂ ਸਾਧਨਾ ਰੂਪੀ ਗਲੀਆਂ ਦੇ ਵਿੱਚ ਲੱਭਦਾ ਪਿਆ ਵੀ ਰੱਬ ਮਿਲ ਜਾਵੇ, ਪਰ ਇਸ ਤਰੀਕੇ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੈ। ਉਸ ਨੂੰ ਜੇ ਵੇਖਣਾ ਹੈ, ਨਾਮ ਦੀ ਕਮਾਈ ਕਰਨੀ ਪਵੇਗੀ, ਫਿਰ ਤੈਨੂੰ ਪਰਮਾਤਮਾ ਦਿਸ ਪਵੇਗਾ, ਫਿਰ ਤੂੰ ਉਸ ਨੂੰ ਵੇਖ ਲਵੇਂਗਾ। ਨਾਮ ਦੀ ਕਮਾਈ ਨਾਲ ਵੇਖ ਸਕਦਾ ਹੈ,
ਗੱਲਾਂ ਦੇ ਨਾਲ, ਸਾਧਨਾ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੈ। ਗੁਰਮਿਲ ਭਰਮ ਗਵਾਇਆ ਹੈ। ਇਹ ਜਿਹੜਾ ਭਰਮ ਸੀ ਨਾ, ਇਹ ਗੁਰੂ ਦੇ ਨਾਲ ਮਿਲ ਕੇ ਦੂਰ ਹੋਇਆ। ਜਿੰਨਾ ਚਿਰ ਗੁਰੂ ਨਹੀਂ ਮਿਲਿਆ ਉਹਨਾਂ ਚਿਰ ਭਰਮ ਬਣਿਆ ਰਿਹਾ। ਭਰਮ ਹੈ ਸੁਰ ਨਰ ਦੇਵੀ ਦੇਵਾ, ਦੇਵਤੇ ਵੀ ਭਰਮ ਦੇ ਵਿੱਚ ਭਰੇ ਹੋਏ, ਮਨੁੱਖ ਵੀ ਭਰੇ ਹੋਏ, ਪਸ਼ੂ ਪੰਛੀ ਹਰੇਕ ਨੂੰ ਭਰਮ ਪਿਆ ਹੋਇਆ। ਪਰ ਇਹ ਭਰਮ ਗੁਰੂ ਦੇ ਨਾਲ ਮਿਲ ਕੇ ਫਿਰ ਦੂਰ ਹੁੰਦਾ। ਗੁਰਮਿਲ ਭਰਮ ਗਵਾਇਆ ਹੈ। ਗੁਰੂ ਦੇ ਨਾਲ ਮਿਲ ਕੇ ਫਿਰ ਭਰਮ ਦੂਰ ਹੋ ਜਾਂਦਾ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਧੁਰ ਮਾਥਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਦੇ ਮੱਥੇ ਦੇ ਉੱਪਰ ਲੇਖ ਲਿਖਿਆ, ਲੇਖ ਕਹੀਏ ਕਰਮ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਧੁਰ ਤੋਂ ਪ੍ਰਮਾਤਮਾ ਨੇ ਜਨਮ ਤੋਂ ਪਹਿਲਾਂ, ਦੁਨੀਆ ਵਿੱਚ ਤੋਰਨ ਤੋਂ ਪਹਿਲਾਂ, ਭੇਜਣ ਤੋਂ ਪਹਿਲਾਂ ਪ੍ਰਮਾਤਮਾ ਨੇ ਮੱਥੇ ਤੇ ਕਰਮ ਲਿਖਿਆ। ਕਹਿਣ ਲੱਗੇ ਭਾਈ, ਜਿਨ੍ਹਾਂ ਦੇ ਮੱਥੇ ਤੇ ਲਿਖਿਆ ਕਰਮ, ਇਹ ਬੁੱਧ ਪਾਈ ਮੈਂ ਸਾਧੂ ਕੰਨੋ। ਕੰਨੋਂ ਤੋਂ ਭਾਵ ਹੁੰਦਾ ਪਾਸਿਓਂ। ਇਹ ਅਕਲ ਮੈਂ ਸਾਧੂ ਦੇ ਪਾਸਿਓਂ ਪ੍ਰਾਪਤ ਕੀਤੀ ਹੈ, ਭਾਵ ਕਿ ਸਾਧੂ ਦੇ ਕੋਲੋਂ ਪ੍ਰਾਪਤ ਕੀਤੀ ਹੈ। ਕਿਹੜੀ? ਕਿ ਗੁਰੂ ਦੇ ਨਾਲ ਮਿਲ ਕੇ ਭਰਮ ਦੂਰ ਹੁੰਦਾ ਹੈ। ਇਹ ਅਕਲ ਮੈਨੂੰ ਸਾਧੂਆਂ ਦੀ ਸੰਗਤ ਵਿੱਚੋਂ ਮਿਲੀ ਹੈ, ਜਾਂ ਆਪਾਂ ਕਹਿ ਲਈਏ ਵੀ ਗੁਰੂ ਕੀ ਸੰਗਤ ਵਿੱਚੋਂ ਮਿਲੀ ਹੈ। ਪਰ ਗੁਰੂ ਦੀ ਸੰਗਤ ਵੀ ਤਾਂ ਮਿਲਦੀ ਹੈ, ਲੇਖ ਲਿਖਿਓ ਧੁਰ ਮਾਥਾ ਹੈ। ਜੇ ਮੱਥੇ ਦੇ ਉੱਪਰ ਲੇਖ ਲਿਖੇ ਹੋਣ ਤਾਂ ਸੰਗਤ ਵੀ ਐਵੇਂ ਨਹੀਂ ਮਿਲਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਭਾਗਾਂ ਬਿਨਾ ਸੰਗਤ ਨਹੀਂ ਮਿਲਦੀ, ਲੇਖਾਂ ਬਿਨਾ ਸੰਗਤ ਨਹੀਂ ਮਿਲਦੀ ਹੈ। ਸੰਗਤ ਵਿੱਚ ਆ ਕੇ ਫਿਰ ਇਹ ਅਕਲ ਪ੍ਰਾਪਤ ਹੋਈ, ਸੋਝੀ ਪ੍ਰਾਪਤ ਹੋਈ ਵੀ ਭਰਮ ਗੁਰੂ ਦੂਰ ਕਰਦਾ। ਗੁਰੂ ਬਿਨਾ ਭਰਮ ਕੇ ਪੜਦੇ ਸਤਿਗੁਰ ਖੋਲੇ, ਗੁਰੂ ਭਰਮ ਦੂਰ ਕਰਦਾ। ਇਹ ਅਕਲ ਸੰਗਤ ਵਿੱਚੋਂ ਮਿਲੀ ਹੈ ਤੇ ਸੰਗਤ ਭਾਗਾਂ ਬਿਨਾ ਨਹੀਂ ਮਿਲਦੀ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਹਨ। ਇਹ ਬਿਦ ਨਾਨਕ ਹਰ ਨੈਣ ਲੋਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਵਿਧੀ ਦੇ ਨਾਲ, ਜਿਹੜੀ ਵਿਧੀ ਤੁਹਾਨੂੰ ਦੱਸੀ ਹੈ ਨਾ, ਤਰੀਕਾ ਦੱਸਿਆ, ਇਸ ਤਰੀਕੇ ਦੇ ਨਾਲ ਹਰੀ ਪਰਮਾਤਮਾ ਨੂੰ ਆਪਣੇ ਨੈਣਾਂ ਦੇ ਨਾਲ ਅਲੋਏ ਕਹੀਏ ਵੇਖਿਆ। ਕਿਹੜੇ ਤਰੀਕੇ ਨਾਲ ਵੇਖਿਆ ਹੈ? ਕਿ ਗੁਰੂ ਦੇ ਨਾਲ ਮਿਲ ਕੇ ਭਰਮ ਦੂਰ ਹੁੰਦਾ ਤੇ ਸਾਧੂਆਂ ਦੇ ਕੋਲ ਮਿਲ ਕੇ ਸੰਗਤ ਮਿਲਦੀ ਹੈ। ਮੱਥੇ ਤੇ ਲੇਖ ਲਿਖੇ ਹੋਣ ਤੇ ਸਾਧੂਆਂ ਦੀ ਸੰਗਤ ਤਾਂ ਮਿਲਦੀ ਹੈ। ਇਹ ਵਿਧ ਇਸ ਤਰੀਕੇ ਦੇ ਨਾਲ ਹਰ ਨੈਣ ਅਲੋਏ, ਮੈਂ ਇਹਨਾਂ ਨੈਣਾ ਨੇਤਰਾਂ ਦੇ ਨਾਲ ਪਰਮਾਤਮਾ ਨੂੰ ਵੇਖ ਲਿਆ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਸ ਤਰ੍ਹਾਂ ਮੈਂ ਉਸ ਪਰਮਾਤਮਾ ਨੂੰ ਜਾਣਿਆ ਹੈ। ਮਹਲਾ ਪੰਜਵਾ। ਗਰਭ ਗਹਿਨੜੋ ਮੂਰੜੋ ਹਿਓ ਰੇ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਗਰਭ ਗਹਿਲੜੋ ਮੂਰੜੋ ਹਿਓ। ਇਹ ਜਿਹੜਾ ਮੇਰਾ ਮੂਰਖ ਮਨ ਹੈ ਨਾ, ਗਰਭ ਕਹੀਏ ਹੰਕਾਰ ਦੇ ਵਿੱਚ ਫਸਿਆ ਪਿਆ, ਹੰਕਾਰ ਦਾ ਭਰਿਆ ਪਿਆ। ਮੂੜੜੋ, ਮੂੜ ਤੋਂ ਭਾਵ ਹੁੰਦਾ ਮੂਰਖ, ਹਿਓ ਤੋਂ ਭਾਵ ਮੇਰਾ ਹਿਰਦਾ, ਮੇਰਾ ਮਨ। ਇਹ ਮੇਰਾ ਮੂਰਖ ਮਨ ਗਰਭ ਹੰਕਾਰ ਦੇ ਨਾਲ ਭਰਿਆ ਪਿਆ, ਮਾਨ ਹੀ ਮਾਨ ਭਰਿਆ ਪਿਆ। ਭਾਵੇਂ ਕਿ ਇਹ ਸਰੀਰ ਗੰਦਗੀ ਦੀ ਇੱਕ ਢੇਰੀ ਹੈ, ਇਹਦੇ ਵਿੱਚੋਂ ਹਰ ਵੇਲੇ ਗੰਦਗੀ ਨਿਕਲਦੀ ਹੈ, ਪਰ ਫਿਰ ਵੀ ਸਰੀਰ ਦਾ ਮਾਨ ਹੈ। ਐਸਾ ਮਾਨ, ਐਸਾ ਹੰਕਾਰ ਹੈ ਕਿ ਇਹ ਸਰੀਰ ਹੰਕਾਰ ਦਾ ਹੀ ਭਰਿਆ ਹੋਇਆ ਹੈ। ਗਰਭ ਗਹਿਲੋ ਮੂੜੋ ਹਿਓ ਰੇ। ਇਹ ਮੇਰਾ ਜਿਹੜਾ ਹਿਓ ਹਿਰਦਾ ਹੈ ਨਾ, ਮੇਰਾ ਮਨ, ਇਹ ਮਨ ਮੇਰਾ ਮੂੜੋ ਕਹੀਏ ਮੂਰਖ ਹੈ। ਇਹ ਮੂਰਖ ਮਨ ਹੰਕਾਰ ਦਾ ਭਰਿਆ ਹੋਇਆ ਹੈ, ਹਰ ਵੇਲੇ ਇਸ ਵਿੱਚ ਹੰਕਾਰ ਹੈ। ਮਹਾਰਾਜ ਰੀਮਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਦੀ ਜਿਹੜੀ ਸੁੰਦਰ ਮਾਇਆ ਹੈ ਨਾ ਭਾਈ, ਉਸ ਮਾਇਆ ਕਰਕੇ ਇਹ ਮਨ ਮੇਰਾ ਉਹਦੇ ਵਿੱਚ ਗਰਸਿਆ ਹੋਇਆ। ਕਿਵੇਂ ਗਰਸਿਆ ਹੈ? ਬਖਸ਼ਿਸ਼ ਕਰਦੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੋਹੇ ਹੀਓ, ਮੇਰਾ ਜਿਹੜਾ ਹਿਰਦਾ ਹੈ ਮਹਾਰਾਜ ਦੀ ਮਾਇਓ, ਮਹਾਰਾਜ ਦੀ ਮਾਇਆ ਦੇ ਨਾਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਦੀ ਜਿਹੜੀ ਮਾਇਆ ਹੈ ਨਾ ਗੁਰਮੁਖੋ,
ਇਹ ਡੀਹਰ ਨਿਆਈ, ਡੀਹਰ ਕਿਹਾ ਜਾਂਦਾ ਡੈਣ। ਪਰਮਾਤਮਾ ਦੀ ਮਾਇਆ ਡੈਣ ਵਰਗੀ ਹੈ, ਜਿਹੜੀ ਮੇਰੀ ਇਸ ਮਨ ਦਾ ਭਖਣ ਕਰਦੀ ਪਈ ਹੈ, ਜਿਹੜੀ ਮਾਇਆ ਮੇਰੇ ਮਨ ਨੂੰ ਖਾਂਦੀ ਪਈ ਹੈ। ਇਹ ਪਰਮਾਤਮਾ ਦੀ ਮਾਇਆ ਕਹਿ ਲਈਏ ਡੈਣ ਵਰਗੀ ਹੈ, ਜਿਹੜੀ ਇਸ ਮਨ ਨੂੰ ਖਾਈ ਜਾ ਰਹੀ ਹੈ, ਮਨ ਦੇ ਵਿੱਚ ਲੋਭ ਪੈਦਾ ਕਰੀ ਜਾ ਰਹੀ ਹੈ, ਲਾਲਚ ਪੈਦਾ ਕਰੀ ਜਾ ਰਹੀ ਹੈ। ਐਸਾ ਇਹ ਮੇਰਾ ਮਨ ਇਸ ਮਾਇਆ ਨੂੰ, ਪਰਮਾਤਮਾ ਦੀ ਮਾਇਆ ਰੂਪੀ ਡੈਣ ਖਾਈ ਜਾ ਰਹੀ ਹੈ ਭਾਈ। ਜਿਵੇਂ ਆਪਾਂ ਕਹਾਵਤ ਸੁਣਦੇ ਆ ਨਾ ਵੀ ਡੈਣ ਬੱਚਿਆਂ ਨੂੰ ਖਾ ਜਾਂਦੀ ਹੈ, ਇਹ ਤੇ ਇੱਕ ਦੁਨੀਆਦਾਰੀ ਦੀ ਗੱਲ ਕਹਾਵਤ ਹੈ, ਪਰ ਅਸਲ ਦੇ ਵਿੱਚ ਜਿਹੜੀ ਮਾਇਆ ਰੂਪੀ ਡੈਣ ਹੈ ਉਹ ਵਾਕਿਆ ਹੀ ਸਾਰਿਆਂ ਨੂੰ ਖਾਈ ਜਾ ਰਹੀ ਹੈ। ਕੋਈ ਵਿਰਲਾ ਹੀ ਬਚਿਆ ਇਸ ਮਾਇਆ ਤੋਂ। ਇਹ ਮਾਇਆ ਰੂਪੀ ਡੈਣ ਨੇ ਸਭ ਨੂੰ ਖਾ ਲਿਆ। ਫਿਰ ਬਖਸ਼ਿਸ਼ ਕਰਦੇ ਹਨ। ਦਿਓ ਮਹਾਰਾਜ ਰੀਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ। ਗੁਰਮੁਖੋ, ਇਹ ਜਿਹੜੀ ਪਰਮਾਤਮਾ ਦੀ ਮਾਇਆ ਹੈ ਨਾ, ਇਹ ਡੀਹਰ ਕਹੀਏ ਕੁੰਡੀ ਵਰਗੀ ਹੈ। ਜਿਵੇਂ ਆਪਾਂ ਕੁੰਡੀ ਪਾਣੀ ਵਿੱਚ ਸੁੱਟੀਏ ਤੇ ਮੱਛੀ ਫਸ ਜਾਂਦੀ ਹੈ ਨਾ, ਤੇ ਵਿਚਾਰੀ ਪਾਣੀ ਵਿੱਚੋਂ ਬਾਹਰ ਨਿਕਲ ਕੇ ਫਿਰ ਤੜਫ ਤੜਫ ਕੇ ਆਪਣੀ ਜਾਨ ਦਿੰਦੀ ਹੈ। ਸਤਿਗੁਰੂ ਕਹਿਣ ਲੱਗੇ ਇਹ ਮਾਇਆ ਇੱਕ ਕੁੰਡੀ ਹੈ, ਇਹਦੇ ਵਿੱਚ ਆਪਾਂ ਫਸ ਗਏ ਸਾਰੇ ਜਾਣੇ ਆ ਕੇ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਇਹ ਮਾਇਆ ਰੂਪੀ ਕੁੰਡੀ ਆਪਣੇ ਵਿੱਚ ਫਸਾ ਕੇ ਇਸ ਜੀਵ ਨੂੰ ਖਤਮ ਕਰ ਦਿੰਦੀ ਹੈ, ਇਸ ਜੀਵ ਨੂੰ ਸੰਸਾਰ ਵਿੱਚ ਹੀ ਰੱਖਦੀ ਹੈ। ਕੁੰਡੀ ਮੱਛੀ ਦੇ ਮੂੰਹ ਵਿੱਚ ਪੈ ਗਈ ਹੈ ਤੇ ਉਹ ਕੁੰਡੀ ਦੇ ਨਾਲ ਧਾਗਾ ਬੱਧਾ ਹੋਇਆ ਹੈ। ਮੱਛੀ ਭਾਵੇਂ ਕਿੰਨਾ ਵੀ ਯਤਨ ਕਰ ਲਵੇ ਵੀ ਮੈਂ ਛੁੱਟ ਕੇ ਦੂਰ ਚਲੇ ਜਾਵਾਂ, ਕੁੰਡੀ ਤੋਂ ਦੂਰ ਨਹੀਂ ਜਾ ਸਕਦੀ ਹੈ। ਕੁੰਡੀ ਨੇ ਆਪਣੇ ਨਾਲ ਉਸ ਨੂੰ ਫੜ ਕੇ ਰੱਖਿਆ ਹੋਇਆ ਹੈ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਮਾਇਆ ਕੁੰਡੀ ਦੇ ਵਰਗੀ ਹੈ। ਅਸੀਂ ਚਾਹੁੰਦੇ ਜ਼ਰੂਰ ਹਾਂ ਵੀ ਇਹਦੇ ਕੋਲੋਂ ਛੁੱਟ ਕੇ ਭੱਜ ਜਾਈਏ, ਦੂਰ ਚਲੇ ਜਾਈਏ, ਪਰ ਇਹ ਮਾਇਆ ਛੁੱਟਣ ਨਹੀਂ ਦਿੰਦੀ ਹੈ। ਹਰ ਵੇਲੇ ਫੜ ਕੇ ਰੱਖਦੀ ਹੈ, ਆਪਣੇ ਕੋਲ ਫਸਾ ਕੇ ਰੱਖਦੀ ਹੈ, ਕਦੇ ਵੀ ਸਾਨੂੰ ਮੁਕਤ ਨਹੀਂ ਹੋਣ ਦਿੰਦੀ ਹੈ। ਫਿਰ ਸਾਡੀ ਹਾਲਤ ਕੀ ਹੁੰਦੀ ਹੈ ਉਹ ਮਹਾਰਾਜ ਫਰਮਾਉਂਦੇ ਹਨ। ਫਿਰ ਸਾਡੀ ਹਾਲਤ ਇਹ ਹੈ, ਘਣੋਂ ਤੋਂ ਭਾਵ ਹੁੰਦਾ ਬਹੁਤਾ, ਮੈਨੂੰ ਬਹੁਤਾ ਹੋਰ ਮਿਲ ਜਾਵੇ। ਮਿਲ ਗਿਆ, ਫਿਰ ਕਹਿੰਦਾ ਬਹੁਤਾ ਹੋਰ ਮਿਲ ਜਾਵੇ, ਹੋਰ ਵੀ ਮਿਲ ਗਿਆ, ਫਿਰ ਕਹਿੰਦਾ ਬਹੁਤਾ ਹੋਰ ਮਿਲ ਜਾਵੇ। ਇਹ ਹੈ ਮਾਇਆ ਰੱਬ ਦੀ। 10 ਰੁਪਏ ਮਿਲੇ, ਕਹਿੰਦਾ 50 ਮਿਲ ਜਾਂਦੇ, 50 ਮਿਲ ਗਿਆ, ਕਹਿੰਦਾ 100 ਮਿਲ ਜਾਵੇ। ਮਹਾਰਾਜ ਨੇ 3 ਵਾਰੀ ਸ਼ਬਦ ਵਰਤਿਆ, ਘਣੋਂ ਘਣੋਂ ਘਣੋਂ, ਬਹੁਤਾ ਮਿਲੇ, ਹੋਰ ਮਿਲੇ, ਹੋਰ ਮਿਲੇ। ਇਹ ਮਨ ਇਸੇ ਤਰ੍ਹਾਂ ਹੀ ਚਾਹੁੰਦਾ। ਜਦੋਂ ਅਸੀਂ ਘਰ ਤੋਂ ਤੁਰੇ ਨਾ ਪੜਨ ਵਾਸਤੇ, ਤਕਰੀਬਨ ਜੇਬ ਖਾਲੀ ਹੈ। ਜਿਵੇਂ ਜਿਵੇਂ ਪੜ੍ਹਦੇ ਗਏ, ਨੌਕਰੀ ਕਰਦੇ ਗਏ, ਕੰਮ ਕਰਦੇ ਗਏ, ਉਵੇਂ ਉਵੇਂ ਮਨ ਨੇ ਹੋਰ ਚਾਹਿਆ ਆ ਵੀ ਮਿਲ ਜਾਵੇ, ਮੈਂ ਆ ਵੀ ਲੈ ਲਵਾਂ। ਮਿਲ ਗਿਆ, ਅੱਗੇ ਹੋਰ ਮਿਲ ਜਾਵੇ, ਇਹ ਵੀ ਲੈ ਲਵਾਂ, ਉਹ ਵੀ ਮਿਲਿਆ। ਘਣੋਂ ਘਣੋਂ ਘਣੋਂ, ਬਹੁਤਾ ਮਿਲੇ, ਬਹੁਤਾ ਮਿਲੇ, ਹੋਰ ਮਿਲੇ। ਸਾਰੀ ਉਮਰ ਲੈਂਦੇ ਹੀ ਰਹਿ, ਇਕੱਠਾ ਹੀ ਕਰਦੇ ਰਹਿ, ਮਨ ਕਦੇ ਵੀ ਰਜਿਆ ਨਹੀਂ। ਫਿਰ ਮਹਾਰਾਜ ਫਰਮਾਉਂਦੇ ਹਨ, ਮਹਾਰਾਜ ਕਹਿੰਦੇ ਜਦੋਂ ਬਚਪਨ ਦੇ ਵਿੱਚ ਸੀ ਨਾ, ਬੱਚਾ ਸੀ ਛੋਟਾ ਜਿਹਾ, ਉਦੋਂ ਵੀ ਕਹਿੰਦਾ ਘਣੋਂ ਮੈਨੂੰ ਬਹੁਤਾ ਚਾਹੀਦਾ। ਮਾਂ ਬਾਪ ਨੇ ਇੱਕ ਖਿਡੌਣਾ ਦਿੱਤਾ, ਕਹਿਣ ਲੱਗਾ ਨਹੀਂ ਇੱਕ ਨਾਲ ਨਹੀਂ ਗੱਲ ਬਣਦੀ, ਘਣੋਂ ਇੱਕ ਹੋਰ ਚਾਹੀਦਾ। ਮਾਂ ਨੇ ਰੋਟੀ ਪਾ ਕੇ ਦਿੱਤੀ ਖਾਣ ਵਾਸਤੇ, ਇਹ ਨਹੀਂ ਖਾਣੀ, ਮੈਨੂੰ ਹੋਰ ਚਾਹੀਦੀ ਹੈ ਖਾਣ ਵਾਸਤੇ ਕੋਈ ਵਸਤੂ। ਮਾਂ ਨੇ ਕੋਈ ਕੱਪੜਾ ਲਿਆ ਕੇ ਸੋਹਣਾ ਦਿੱਤਾ, ਕਹਿਣ ਲੱਗਾ ਇਹ ਤੇ ਪਾ ਲਵਾਂਗਾ, ਪਰ ਇਹਦੇ ਵਰਗਾ ਇੱਕ ਹੋਰ ਚਾਹੀਦਾ ਹੈ। ਬਚਪਨ ਦੇ ਵਿੱਚ ਜੰਮਿਆ, ਮਾਂ ਬਾਪ ਤੇ ਨਿਰਭਰ ਹੈ, ਉਦੋਂ ਵੀ ਕਹਿੰਦਾ ਘਣੋਂ ਘਣੋਂ ਘਣੋਂ, ਬਹੁਤਾ ਲਿਆ ਕੇ ਦਿਓ, ਬਹੁਤਾ ਲਿਆ ਕੇ ਦਿਓ। ਇਹ ਖਿਡੌਣੇ ਮੇਰੇ ਵਾਸਤੇ ਥੋੜੇ ਨੇ, ਇਹ ਕੱਪੜੇ ਮੇਰੇ ਵਾਸਤੇ ਥੋੜੇ ਨੇ, ਇਹ ਖਾਣ ਪੀਣ ਦੀਆਂ ਵਸਤੂਆਂ ਥੋੜੀਆਂ ਮੇਰੇ ਵਾਸਤੇ, ਹੋਰ ਚਾਹੀਦੀਆਂ। ਬਚਪਨ ਦੇ ਵਿੱਚ ਵੀ ਘਣੋਂ ਘਣੋਂ ਹੀ ਮੰਗਦਾ ਰਿਹਾ, ਬਹੁਤਾ ਮਿਲੇ, ਬਹੁਤਾ ਮਿਲੇ। ਫਿਰ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਜਵਾਨੀ ਆ ਗਈ। ਜਵਾਨੀ ਵਿੱਚ ਵੀ ਚਾਹੁੰਦਾ ਘਣਾ ਮਿਲੇ, ਹੋਰ ਮਿਲੇ। ਇਹ ਨੌਕਰੀ ਕਰਦਾ ਪਿਆ, ਇਹਦੇ ਵਿੱਚ ਆਮਦਨ ਥੋੜੀ ਹੈ, ਘਣੋਂ ਹੋਰ ਕੋਈ ਬਹੁਤੀ ਇਨਕਮ ਵਾਲੀ ਨੌਕਰੀ ਮਿਲ ਜਾਵੇ। ਆ ਮੈਂ ਬਿਜ਼ਨਸ ਸ਼ੁਰੂ ਕੀਤਾ ਹੈ, ਇਹਦੇ ਵਿੱਚ ਕਮਾਈ ਥੋੜੀ ਹੈ, ਇਹ ਛੱਡ ਕੇ ਦੂਜਾ ਕਰ ਲਵਾਂ, ਘਣੋਂ ਲੋੜ ਹੈ। ਜਵਾਨੀ ਵਿੱਚ ਵੀ ਬਹੁਤਾ 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 ਹੀ ਚਾਹੁੰਦਾ ਰਿਹਾ, ਆ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ।
इस तरह की गड्डी होवे मिल गई है, हुण इहदे तो वड्डी आ जावे, इस तरह का घर मिल जावे, इस तरह का परिवार मिल जावे, इस तरह की मैनू औरत मिल जावे। महाराज कहन लगे जवानी विच भी घणों घणों ही मंगदा रहा, जवानी विच भी नहीं रजिया, ना बचपन विच रज आया ना जवानी विच रज आया, जवानी विच भी घणों चाहुंदा, बहुता चाहुंदा, फिर बख्शिश करदे हन। सतगुरु पातशाह कहन लगे फिर बुढ़ा हो गया, जो बुढ़ेपा आ गया ना, उदों भी ये नहीं आखिया भी बस बहुता है, होर नहीं चाहिए, उदों तृष्णा होर वध गई है, मैनू घना मिले मेरे पुत्रां वास्ते बन जावे, बन गया, मैनू होर घना मिले हुण पोतरियां वास्ते भी बन जावे, मैनू होर घना मिले हुण पोतरियां वास्ते भी मिल जावे, बन जावे, जिन्ने पोतरे ने उन्ने घर बन जान, उन्ने साधन बन जान, उन्नियां नौकरियां, उन्ने रुजगार बन जान। महाराज कहन लगे बुढ़ा हो गया है, अजे भी आंदा है घणों घणों घणों, बहुता मिले बहुता मिले, अजे भी नहीं छड्डिया, बहुते नूं अजे भी नहीं छड्डिया, ना बचपन विच रज आया, ना जवानी विच रज आया, ते ना ही इस नूं रज बुढ़ेपे विच आया है। हर वेले घणों घणों ही मंगदा है, बहुता मंगदा घना मंगदा है। महाराज फिर बख्शिश करते हैं। सतगुरु पातशाह कहन लगे घणों कहिए बहुतियां नाल मिल के कोई काम होता ना भी मैं कला नहीं कर सकता, तो फिर बहुतियां नूं इकट्ठा कर लैंदा, चलो आपां इकट्ठे हो के करिए, इकट्ठे हो के घणों कहिए बहुते साधना दे नाल, चलो आपां सारे जाने तू आ काम कर, मैं आ काम करदा, फलाना आ काम करे, आपां सारे जाने कोई ना कोई जुगाड़ लाइए, इकट्ठे हो के साधन बनाइए, इकट्ठे हो गए, घणों कहिए इकट्ठे भी बहुते हो गए, ते घणों कहिए साधन भी बहुते इकट्ठे कर लै, घणों लोड़ है, ते फिर कहंदा भी हुण बहुता मिलेगा ते गल तां बननी है, हुण आपां सारियां ने वंडी जू पाउणी, वंडना है ना धन, ते धन वंडण दा तां ही फायदा है जे आपां इकट्ठे हो के कोई दा लाया है, कोई इनकम इकट्ठी की है, कोई प्रॉपर्टी का कारोबार शुरू किया है, जां कोई होर दुनिया दे विच रुजगार का काम किया है, घना बहुतियां ने इकट्ठा होके घने बहुते साधन करके घणों लोड़ है, बहुता चाहुंदा अजे भी हुण बहुता कमाईए ते सारे जाने वंड लईए, ऐसी हालत है। जां घना चाह के फिर आप कला ही रखना चाहुंदा, कमाई ते सारियां ने कीती, हुण दा मैं सारियां नाल ही मार लवां और सारा कुछ मैं ही रख लवां। चार चोरां ने चोरी कर ली ना किसी शाहूकार ने, चोरी करके दूर चले गए, जंगल विच जाके बैठ गए, जदों धन वंडण लगे ते मन विच बेईमानी सारियां दी है, ते बेईमानी नूं मुख रखदिआं सलाह कीती भी दो जाने धन दे कोल बैठीए, दो जाने रोटी लैके आइए, पहला रोटी खा लीए, धन फिर वंडांगे। दो जाने बैठ गए, धन दी राखी, दो जाने रोटी लैन चले गए, ਜਿਹੜੇ रोटी लैन चले गए उन्होंने मन में बेईमानी आ गई भी चवां थावां ते धन वंडना ते घट जाना, क्यों ना हमें रोटी में जहर पा दिए, दो जाने मर जाणगे, आपां दो जाने रह जावांगे, ते फिर अपना धन दी जिहड़ी वंडी है वध मिल जाएगी। ਜਿਹੜੇ ਉਹ ਦੋ ਜਾਣੇ ਧਨ ਦੇ ਕੋਲ ਬੈਠੇ ਉਹਨਾਂ ਦੇ ਮਨ ਵਿੱਚ ਵੀ ਇਹ ਬੇਈਮਾਨੀ ਹੈ ਵੀ ਰੋਟੀ ਲੈਣ ਗਏ ਦੋ ਜਾਣੇ, ਜੇ ਆਪਾਂ ਇਹਨਾਂ ਨੂੰ ਮਾਰ ਦਈਏ ਤੇ ਆਪਾਂ ਦੋ ਜਾਣੇ ਰਹਿ ਜਾਵਾਂਗੇ। ਜਿਹੜੇ ਰੋਟੀ ਲੈਣ ਗਏ ਉਹ ਰੋਟੀ ਵਿੱਚ ਜ਼ਹਿਰ ਪਾ ਕੇ ਲੈ ਆਏ, ਜਿਹੜੇ ਧਨ ਦੇ ਕੋਲ ਬੈਠੇ ਉਹ ਡੰਡੇ ਲੈ ਕੇ ਲੋਕੇ ਬੈਠ ਗਿਆ, ਜਦੋਂ ਰੋਟੀ ਲੈ ਕੇ ਆਏ ਉਹਨਾਂ ਨੇ ਡੰਡਾ ਸਿਰ 'ਚ ਮਾਰਿਆ ਤੇ ਉਹਨਾਂ ਨੂੰ ਮਾਰ ਦਿੱਤਾ, ਤੇ ਜਦੋਂ ਰੋਟੀ ਕੱਢ ਕੇ ਖਾਣ ਲੱਗੇ ਤੇ ਆਪ ਵੀ ਮਰ ਗਏ, ਚਾਰੇ ਮਰ ਗਏ, ਧਨ ਉੱਥੇ ਹੀ ਰਹਿ ਗਿਆ। महाराज कहन लगे कमाई ते बहुती करदा है, बहुती करके जो वड्डण ते आउंदा फिर आखदा बहुतियां नूं ना मिले, मैनूं कल्ले नूं ही मिले, ते फिर सारियां दे नाल आप भी मर जांदा है। घणों 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 सद लोड़ है, बहुता बहुता चाहुंदा है। लहने तो भाव हुंदा गुरमुखो कर्म, कर्मा बिना कदे किसी ने कुछ नहीं जे पाया। जिन्ना मर्जी बंदा बचपन में चाही जावे मैनू आ मिले, जवानी में जिन्नियां मर्जी छालां मारे, बुढ़ेपे में जिन्नियां मर्जी स्कीमां बनाउंदा रवे, गुरु अर्जन देव पातशाह कहण लगे लहने कैठे पायो रे,
ਲਹਿਣੇ ਤੋਂ ਭਾਵ ਸੰਯੋਗ, ਤੇਰੇ ਕਰਮਾਂ ਤੋਂ ਬਿਨਾ ਦੱਸ ਕਿੰਨੇ ਕੁਝ ਪਾਇਆ। ਕਿਸੇ ਨੇ ਕੁਝ ਨਹੀਂ ਪਾਇਆ, ਮਿਲਿਆ ਉਹ ਹੈ ਜਿਹੜਾ ਕਰਮਾਂ ਵਿੱਚ ਲਿਖਿਆ। ਇੰਨੀ ਬਰੀਕੀ ਦੇ ਨਾਲ ਮਹਾਰਾਜ ਨੇ ਸਾਨੂੰ ਇਹ ਸ਼ਬਦ ਬਖਸ਼ਿਆ। ਜੇ ਅਜੇ ਵੀ ਸਾਨੂੰ ਸਮਝ ਨਾ ਪਵੇ ਤੇ ਫਿਰ ਕੁਝ ਕੀਤਾ ਨਹੀਂ ਜਾ ਸਕਦਾ, ਕੁਝ ਕਿਹਾ ਨਹੀਂ ਜਾ ਸਕਦਾ। ਮਹਾਰਾਜ ਕਹਿਣ ਲੱਗੇ ਚਾਹੁੰਦਾ ਤੇ ਬੜਾ ਕੁਝ ਹੈ, ਪਰ ਬਿਨਾਂ ਕਰਮਾਂ ਤੋਂ ਕਿਸੇ ਨੇ ਕੁਝ ਨਹੀਂ ਜੇ ਪਾਇਆ। ਕਰਮਾਂ ਤੋਂ ਬਿਨਾਂ ਕੋਈ ਦਾਤ ਨਹੀਂ ਮਿਲਦੀ ਹੈ, ਐਸੀ ਹਾਲਤ ਹੈ। ਮਹਾਰਾਜ ਰੋਗਾਤ ਵਾਹੂ ਸੋ ਲਿਬੜਿਓ, ਨੇ ਪਾਗੜੋ ਪਾਏ ਸੰਜੋਇਓ ਰੇ। ਮਹਾਰਾਜ ਕਹਿਣ ਲੱਗੇ ਮਹਾਰਾਜ ਗਾਤ ਨਾਮ ਮਾਇਆ, ਜਿਹੜੀ ਮਹਾਰਾਜ ਦੀ ਮਾਇਆ ਹੈ ਨਾ ਪਰਮੇਸ਼ਰ ਦੀ, ਵਾਹੂ ਸਿਓ ਲੁਬੜਿਓ, ਮਨ ਉਹਦੇ ਵਿੱਚ ਲੁਭਾਏਮਾਨ ਹੋ ਗਿਆ ਹੈ। ਮਹਾਰਾਜ ਦੀ ਮਾਇਆ ਵਿੱਚ ਜਨਮ ਮਿਲਿਆ, ਦੁਨੀਆ ਤੇ ਆਇਆ, ਰੋਣਾ ਸ਼ੁਰੂ ਕਰ ਦਿੱਤਾ। ਮਾਂ ਨੇ ਦੁੱਧ ਮੂੰਹ ਵਿੱਚ ਪਾਇਆ, ਐਸੀ ਮਾਇਆ ਲੱਗੀ ਸੰਸਾਰ ਦੇ ਵਿੱਚ, ਰੱਬ ਭੁੱਲ ਗਿਆ। ਦੁੱਧ ਇਹੋ ਜਿਹਾ ਮੂੰਹ ਨੂੰ ਲੱਗਾ, ਫਿਰ ਸਾਰੀ ਉਮਰ ਪਦਾਰਥ ਖਾਂਦਾ ਤੇ ਪੀਂਦਾ ਰਿਹਾ, ਪਰ ਰੱਬ ਨਹੀਂ ਚੇਤੇ ਆਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਰੋ ਗਾਥ, ਪਰਮਾਤਮਾ ਦੀ ਗਾਥ ਜਿਹੜੀ ਮਾਇਆ ਹੈ, ਵਾਹੂ ਸਿਓ ਮਨ ਲੁਬੜਿਓ, ਉਹਦੇ ਨਾਲ ਮਨ ਲੁਭਾਏਮਾਨ ਹੋ ਗਿਆ। ਇਹੋ ਜਿਹਾ ਮਨ ਉਹਦੇ ਵਿੱਚ ਫਸਿਆ, ਹੁਣ ਪਦਾਰਥ ਛੱਡਣਾ ਨਹੀਂ ਚਾਹੁੰਦਾ। ਤੇ ਸਤਿਗੁਰੂ ਬਖਸ਼ਦੇ ਹਨ। ਨੇਹ ਭਾਗੜੋ ਤੋਂ ਭਾਵ ਭਾਗਾਂ ਤੋਂ ਹੀਣਾ, ਮਾੜੇ ਭਾਗਾਂ ਵਾਲਾ। ਨੇਹ ਭਾਗੜੋ, ਜਿਹਦੇ ਭਾਗ ਚੰਗੇ ਨਾ ਹੋਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਚੰਗੇ ਭਾਗਾਂ ਵਾਲਾ, ਭਾਹੇ ਨਾਮ ਤ੍ਰਿਸ਼ਨਾ ਦੀ ਅੱਗ ਦਾ ਹੈ। ਨਾ ਮਾੜੇ ਭਾਗਾਂ ਵਾਲਾ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਮਿਲ ਗਿਆ, ਤ੍ਰਿਸ਼ਨਾ ਹੀ ਲੱਗ ਗਈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹੋ ਜੀ ਤ੍ਰਿਸ਼ਨਾ ਲੱਗੀ ਹੈ, ਨਾ ਦੁੱਧ ਪੀਂਦਾ ਰੱਜਿਆ, ਨਾ ਪਦਾਰਥ ਖਾਂਦਾ ਰੱਜਿਆ, ਨਾ ਇਕੱਠੇ ਕਰਦਾ ਰੱਜਿਆ, ਨਾ ਬਣਾਉਂਦਾ ਰੱਜਿਆ, ਰੱਜ ਆਇਆ ਹੀ ਨਹੀਂ। ਇਹੋ ਜੀ ਤ੍ਰਿਸ਼ਨਾ ਦੀ ਅੱਗ ਲੱਗੀ ਹੈ। ਅੱਗ ਲੱਗ ਜਾਵੇ, ਜਿੰਨੀਆਂ ਮਰਜ਼ੀ ਲੱਕੜਾਂ ਉਹਦੇ ਵਿੱਚ ਸੁੱਟ ਦੇਵੋ, ਅੱਗ ਕਦੇ ਨਹੀਂ ਕਹਿੰਦੀ ਬਸ ਮੈਂ ਰੱਜ ਗਈ, ਹੋਰ ਲੱਕੜਾਂ ਨਾ ਪਾ। ਇਹ ਤ੍ਰਿਸ਼ਨਾ ਦੀ ਅੱਗ ਵੀ ਐਸੇ ਤਰ੍ਹਾਂ ਦੀ ਹੈ, ਜਿੰਨਾ ਮਰਜ਼ੀ ਜੋ ਮਰਜ਼ੀ ਇਕੱਠਾ ਕਰਕੇ ਜੋ ਮਰਜ਼ੀ ਬਣਾ ਲੈ, ਕਦੇ ਰੱਜ ਨਹੀਂ ਆਵੇਗਾ। ਨਿਹ ਭਾਗੜੋ ਭਾਹੇ ਸੰਜੋਇਓ ਰੇ, ਮਾੜਿਆਂ ਭਾਗਾਂ ਵਾਲੇ ਨੂੰ ਤ੍ਰਿਸ਼ਨਾ ਦੀ ਅੱਗ ਲੱਗ ਗਈ ਹੈ। ਤੇ ਕਹਿਣ ਲੱਗੀ ਉਸ ਅੱਗ ਦੇ ਵਿੱਚ ਰੱਜ ਨਹੀਂ ਆਇਆ, ਸਕੂਨ ਨਹੀਂ ਆਇਆ, ਟਿਕਾ ਨਹੀਂ ਆਇਆ। ਐਸੀ ਇਹਦੀ ਹਾਲਤ ਹੈ। ਸੁਨ ਮਨ ਸੀਖ ਸਾਧੂ ਜਨ ਸਗਲੋ ਥਾਰੇ, ਸਗਲੇ ਪ੍ਰਾਸ਼ਤ ਮਿਟਿਓ ਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੁਣ ਮਨ ਸੀਖ, ਐ ਪਿਆਰਿਆ ਸਿੱਖਿਆ ਸੁਣ। ਕਿਹਦੀ ਸਿੱਖਿਆ ਸੁਣਨੀ ਹੈ? ਸਾਧੂ ਜਨ ਸਗਲੋ, ਸਾਰੇ ਸਾਧੂਆਂ, ਜਿੰਨੇ ਵੀ ਸਾਧੂ ਹੋਏ ਨਾ ਨਾਮ ਜਪਣ ਵਾਲੇ, ਸਾਰਿਆਂ ਦੀ ਸਿੱਖਿਆ ਸੁਣ। ਸਾਰਿਆਂ ਕੋਲੋਂ ਅਕਲ ਲੈ, ਗਿਆਨ ਲੈ, ਸੋਝੀ ਲੈ। ਮਹਾਰਾਜ ਕਹਿਣ ਲੱਗੇ ਜਦੋਂ ਸਾਰਿਆਂ ਕੋਲੋਂ ਸਿੱਖਿਆ ਲੈ ਕੇ ਕਮਾਈ ਕਰੇਗਾ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਤੇਰੇ ਸਾਰੇ ਪਾਪ, ਪ੍ਰਾਸ਼ਤ ਕਹੀਏ ਪਾਪ ਗੁਨਾਹ, ਤੇਰੇ ਸਾਰੇ ਗੁਨਾਹ ਮਿਟ ਜਾਣਗੇ। ਪਰ ਮਿਟਣਗੇ ਉਦੋਂ ਜਦੋਂ ਭਾਈ ਪਿਆਰਿਆ ਸਾਧੂਆਂ ਦੇ ਕੋਲ ਬੈਠੇਗਾ, ਉਪਦੇਸ਼ ਲਵੇਂਗਾ, ਜਾਂ ਆਪਾਂ ਕਹਿ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ ਵਿੱਚ ਬੈਠੇਗਾ, ਗੁਰੂ ਕੀ ਬਾਣੀ ਸੁਣ ਕੇ ਸਿੱਖਿਆ ਲਵੇਂਗਾ। ਥਾਰੇ ਸਗਲੋ ਪ੍ਰਾਸ਼ਤ ਲਾਥਿਓ ਰੇ, ਤੇਰੇ ਸਾਰੇ ਪਾਪ ਮਿਟ ਜਾਣਗੇ, ਸਾਰੇ ਪਾਪ ਧੋਤੇ ਜਾਣਗੇ, ਕੋਈ ਪਾਪ ਰਹਿ ਹੀ ਨਹੀਂ ਜਾਏਗਾ। ਮਹਾਰਾਜ ਕਹਿਣ ਲੱਗੇ ਸੁਣ ਮਨ ਸੀਖ ਸਾਧੂ ਜਨ ਸਗਲੋ। ਮਨ ਤੋਂ ਭਾਵ ਇੱਥੇ ਲਾ ਲੈਣਾ ਪਿਆਰਾ। ਐ ਪਿਆਰਿਆ ਸਾਰੇ ਸਾਧੂਆਂ ਦੀ ਉਪਦੇਸ਼ ਨੂੰ ਸੁਣ, ਸਿੱਖਿਆ ਨੂੰ ਸੁਣ। ਕੱਲਾ ਸੁਣ ਨਹੀਂ, ਸੁਣ ਕੇ ਫਿਰ ਉਹਦੀ ਕਮਾਈ ਕਰ। ਜਦੋਂ ਕਮਾਈ ਕਰੇਗਾ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ, ਕੋਈ ਰਵੇਗਾ ਹੀ ਨਹੀਂ। ਐਸੀ ਬਖਸ਼ਿਸ਼ ਹੁੰਦੀ ਹੈ। ਜਾਗੋ ਲਹਣੋ ਮਹਾਰਾਜ ਦੀ ਗਾਠੜਿਓ, ਜਨ ਨਾਨਕ ਗਰਬਾਸ ਨਾ ਪੌੜਿਓ ਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਦੀ ਭਗਤੀ ਰੂਪੀ ਗਠੜੀ ਜਿਹੜੀ ਹੈ, ਗਠੜੀ ਹੁੰਦੀ ਨਾ ਪੰਡ ਛੋਟੀ ਜੀ,
ਕਹਿਣ ਲੱਗੇ ਮਹਾਰਾਜ ਦੀ ਭਗਤੀ ਰੂਪੀ ਗਠੜੀ ਹੈ, ਛੋਟੀ ਜੀ ਪੰਡ ਹੈ, ਗੰਢ ਹੈ। ਮਹਾਰਾਜ ਦੀ ਭਗਤੀ ਰੂਪੀ ਪੰਡ ਜਾਂ ਭਗਤੀ ਰੂਪੀ ਪੰਡ ਵਿੱਚੋਂ ਥੋੜੀ ਜੀ ਭਗਤੀ ਜੇ ਕਿਸੇ ਨੂੰ ਪ੍ਰਾਪਤ ਹੋਈ ਹੈ, ਜਾ ਕੋ ਲਹਿਣੋ, ਜਿਹਦੇ ਮੱਥੇ ਤੇ ਕੋਈ ਚੰਗਾ ਲੇਖ ਲਿਖਿਆ ਹੈ, ਪਰਮਾਤਮਾ ਦੀ ਭਗਤੀ ਵਿੱਚੋਂ ਕਿਸੇ ਨੂੰ ਥੋੜੀ ਜੀ ਭਗਤੀ ਕਹੀਏ ਪ੍ਰਾਪਤ ਹੋ ਗਈ ਹੈ, ਜਾਂ ਨਾਨਕ ਗਰਭਾਸ ਨਾ ਪੌੜਿਓ ਰੇ, ਫਿਰ ਉਹ ਗਰਭ ਦੇ ਵਿੱਚ ਦੁਬਾਰਾ ਆ ਕੇ ਨਹੀਂ ਪੈਂਦਾ ਹੈ। ਪਰਮਾਤਮਾ ਦੀ ਭਗਤੀ ਰੂਪੀ ਗੰਢ ਦੇ ਵਿੱਚੋਂ ਜਾਂ ਕਹਿ ਲਈਏ ਭਗਤੀ ਰੂਪੀ ਢੇਰ ਦੇ ਵਿੱਚੋਂ ਥੋੜੀ ਜਿਹੀ ਵੀ ਕਿਸੇ ਨੂੰ ਭਗਤੀ ਮਿਲ ਗਈ ਨਾ, ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਬਹੁਤੇ ਨਾਮ ਦੇ ਵਿੱਚੋਂ, ਬਹੁਤੀ ਭਗਤੀ ਦੇ ਢੇਰ ਦੇ ਵਿੱਚੋਂ ਜਿਨ੍ਹਾਂ ਨੂੰ ਥੋੜੀ ਜਿਹੀ ਵੀ ਮਿਲ ਗਈ ਨਾ, ਕਿਨਕਾ ਮਾਤਰ ਹੀ ਮਿਲ ਗਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਨਕ ਗਰਭਾਸ ਨਾ ਪੌੜਿਓ ਰੇ। ਗਰਭਾਸ ਤੋਂ ਭਾਵ ਹੁੰਦਾ ਗਰਭ, ਜਿੱਥੇ ਬੱਚੇ ਦਾ ਸਰੀਰ ਬਣਦਾ ਹੈ। ਤੈਨੂੰ ਉਸ ਗਰਭ ਦੇ ਵਿੱਚ ਪੌੜਿਓ ਕਹੀਏ ਆ ਕੇ ਪੈਣਾ ਹੀ ਨਹੀਂ ਪਵੇਗਾ, ਤੇਰਾ ਸਰੀਰ ਬਣੇਗਾ ਹੀ ਨਹੀਂ, ਗਰਭ ਦੇ ਵਿੱਚ ਦੁਨੀਆ ਤੇ ਨਹੀਂ ਆਵੇਂਗਾ। ਕਹਿਣ ਤੋਂ ਭਾਵ ਇਹ ਆ ਵੀ ਤੈਨੂੰ ਜਨਮ ਨਹੀਂ ਮਿਲੇਗਾ। ਜੇ ਜਨਮ ਨਹੀਂ ਮਿਲੇਗਾ ਤੇ ਫਿਰ ਮੌਤ ਵੀ ਨਹੀਂ ਹੋਵੇਗੀ। ਦੁਨੀਆ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਹੋਏ ਨੇ, ਬੜੀ ਬੜੀ ਤਪ ਕਰਨ ਤੋਂ ਮਗਰੋਂ ਇਹ ਵਰ ਮੰਗਿਆ ਵੀ ਸਾਨੂੰ ਮੌਤ ਨਾ ਆਵੇ, ਪਰ ਗੁਰਮੁਖੋ ਇੰਨੇ ਵਰ ਮੰਗਣ ਦੇ ਬਾਵਜੂਦ ਵੀ ਉਹ ਬਚੇ ਨਹੀਂ, ਮਰ ਗਏ। ਦੁਨੀਆ ਤੇ ਕੋਈ ਦਿਸਦੇ ਕੋਈ ਨਹੀਂ ਅੱਜ, ਨਾ ਰਾਵਣ ਵਰਗੇ ਨਾ ਰਣਾਕਸ਼ ਵਰਗੇ। ਸਤਿਗੁਰੂ ਕਹਿਣ ਲੱਗੇ ਉਹਨਾਂ ਨੇ ਮੰਗਿਆ ਹੀ ਉਲਟਾ ਹੈ ਕਿ ਮੌਤ ਨਾ ਆਵੇ, ਤੂੰ ਨਾਮ ਜਪ, ਪਰਮਾਤਮਾ ਤੈਨੂੰ ਜਨਮ ਹੀ ਨਹੀਂ ਦੇਵੇਗਾ। ਜੇ ਜਨਮ ਨਹੀਂ ਦੇਵੇਗਾ ਤੇ ਮੌਤ ਆਪੇ ਨਹੀਂ ਹੈ। ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਦੇ ਢੇਰ ਵਿੱਚੋਂ ਥੋੜੀ ਜੀ ਭਗਤੀ ਮੰਗ ਕੇ ਲੈ ਲਈ ਹੈ, ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਨਾ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਜਿਨ੍ਹਾਂ ਨੇ ਬੰਦਗੀ ਦੀ ਖੈਰ ਮੰਗੀ ਹੈ, ਖੈਰਾਤ ਮੰਗੀ ਹੈ, ਭਿਖਿਆ ਮੰਗੀ ਹੈ। ਜਿਹੜੇ ਭੀਖ ਮੰਗਦੇ ਪੈ ਰੱਬਾ ਸਾਨੂੰ ਬੰਦਗੀ ਦੀ ਭੀਖ ਦੇ ਦੇ। ਜਾਂ ਨਾਨਕ ਗਰਭਾਸ ਨਾ ਪੌੜਿਓ ਰੇ, ਫਿਰ ਉਹ ਗਰਭ ਦੇ ਵਿੱਚ ਨਹੀਂ ਪੈਂਦੇ, ਜਨਮ ਦੇ ਵਿੱਚ ਨਹੀਂ ਪੈਂਦੇ, ਦੁਨੀਆ ਤੇ ਜੰਮ ਕੇ ਨਹੀਂ ਆਉਂਦੇ, ਮੁਕਤ ਹੋ ਜਾਂਦੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਵਿੱਚ ਵਸਣ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲਿਖ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਸੁਣ ਮਨ ਸੀਖ ਸਾਧੂ ਜਨ ਸਗਲੋ, ਹਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਾਂ ਨਾਨਕ ਗਰਭਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਕੱਲ ਨੂੰ ਆਪਾਂ ਨੂੰ ਸੰਗਰਾਂਦ ਦੇ ਸ਼ੁਭ ਦਿਹਾੜੇ ਪ੍ਰਾਪਤ ਹੋ ਰਹੇ ਨੇ। ਇਸ ਕਰਕੇ ਅੱਜ ਰਾਤ ਨੂੰ 8 ਵਜੇ ਦਰਬਾਰ ਦੀ ਸਫਾਈ ਦੀ ਸੇਵਾ ਹੋਣੀ ਹੈ। ਜਿਨ੍ਹਾਂ ਬੀਬੀਆਂ ਦੇ ਕੋਲ, ਵੀਰਾਂ ਦੇ ਕੋਲ ਸਮਾਂ ਹੋਵੇ, ਦਰਬਾਰ ਦੇ ਵਿੱਚ ਝਾੜੂ ਦੀ ਸੇਵਾ, ਚਾਦਰਾਂ ਵਿਛਾਉਣ ਦੀ ਸੇਵਾ ਵਿੱਚ ਯੋਗਦਾਨ ਪਾ ਕੇ ਲਾਹਾ ਪ੍ਰਾਪਤ ਕਰੋ। ਸਵੇਰੇ ਅਤੇ ਸ਼ਾਮ ਦੋਨੇ ਸਮੇਂ ਦੀਵਾਨ ਸਜਣਗੇ। ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਅਟੁੱਟ ਵਰਤਣਗੇ। ਬੇਨਤੀ ਹੈ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਨੇ ਲਾਹੇ ਪ੍ਰਾਪਤ ਕਰਨੇ। ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ ਲਗਾਤਾਰ। ਸੰਗਤਾਂ ਨੂੰ ਬੇਨਤੀ ਹੈ ਕਿ 3:30 ਵਜੇ ਪਾਠ ਸ਼ੁਰੂ ਹੁੰਦੇ। ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।